ਪ੍ਰਸ਼ਾਂਤ ਭੂਸ਼ਣ ਹੋਣਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਚੀਫ ਜਸਟਿਸ ਦੇ ਲਈ ਕੁਝ ਬੋਲਿਆ ਗਿਆ, ਕਈ ਕੁਝ ਖੁਲਾਸੇ ਕੀਤੇ ਗਏ। ਖਾਸ ਕਰਕੇ ਉਹਨਾਂ ਨੇ ਰੰਜਨ ਗਗੋਈ ਦਾ ਨਾਮ ਲਿਆ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ। ਜਦੋਂ ਤੁਸੀਂ ਚੀਫ ਜਸਟਿਸ ਨੂੰ ਕੰਟਰੋਲ ਕਰ ਲੈਂਦੇ ਹੋ ਤੇ ਸਾਰੀ ਦੀ ਸਾਰੀ ਜਿਹੜੀ ਜੁਡੀਸ਼ਰੀ ਹੈ ਉਹ ਤੁਹਾਡੇ ਅੰਡਰ ਆ ਜਾਂਦੀ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਤਰੀਕੇ ਦੇ ਨਾਲ ਮੀਡੀਆ ਨੂੰ ਕੰਟਰੋਲ ਕੀਤਾ ਜਾਂਦਾ ਹੈ, ਅਦਾਲਤਾਂ ਨੂੰ ਵੀ ਉਸੇ ਤਰੀਕੇ ਦੇ ਨਾਲ ਕੰਟਰੋਲ ਕੀਤਾ ਜਾ ਰਿਹਾ ਹੈ। ਹੋਰ ਵੀ ਉਹਨਾਂ ਨੇ ਵੱਡੇ ਖੁਲਾਸੇ ਇਸ ਤਰੀਕੇ ਦੇ ਕੀਤੇ ਕਿ ਇਸ ਦੇ ਵਿੱਚ CBI, ED, ਇਨਕਮ ਟੈਕਸ ਨੂੰ ਵੀ ਵਰਤਿਆ ਜਾਂਦਾ ਹੈ। ਜਿਹੜੇ ਜੱਜ ਇਮਾਨਦਾਰ ਨੇ ਉਹਨਾਂ ਦੇ ਉੱਤੇ ਇਸ ਤਰੀਕੇ ਦੇ ਛਾਪੇ ਪਵਾਏ ਜਾਂਦੇ ਨੇ ਜਾਂ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਹੈ। ਪ੍ਰਸ਼ਾਂਤ ਭੂਸ਼ਣ ਹੋਣਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਚੀਫ ਜਸਟਿਸ ਦੇ ਲਈ ਕੁਝ ਬੋਲਿਆ ਗਿਆ, ਕਈ ਕੁਝ ਖੁਲਾਸੇ ਕੀਤੇ ਗਏ। ਜਗਜੀਤ ਸਿੰਘ ਤੋਂ ਹੀ ਜਾਣਦੇ ਹਾਂ। ਪ੍ਰਸ਼ਾਂਤ ਭੂਸ਼ਣ ਸਮੇਂ ਦੇ ਉੱਤੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ, ਇਸ ਕਰਕੇ ਕਿਵੇਂ ਆ ਗਏ ਸੁਰਖੀਆਂ ਦੇ ਵਿੱਚ ਇਸ ਵੇਲੇ? ਬਿਲਕੁਲ, ਉਹਨਾਂ ਵੱਲੋਂ ਇੱਕ ਕਾਨਫਰੰਸ ਦੇ ਵਿੱਚ ਬੋਲਦੇ ਹੋਏ ਜਦ ਇੱਕ ਪਾਸੇ ਤੇ ਜਿਹੜਾ ਹੈਗਾ ਉਹਨਾਂ ਨੇ ਪੰਜਾਬ ਦੇ ਸਿੱਖਾਂ ਦੀ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਉਹ ਸੈਂਟਰ ਦੇ ਸਾਹਮਣੇ ਖੜੇ ਨੇ, ਤਾਰੀਫ ਵੀ ਕੀਤੀ। ਔਰ ਦੂਸਰੇ ਬੰਨੇ ਉਹਨਾਂ ਨੇ ਜਿਹੜੇ ਚੀਫ ਜਸਟਿਸ ਲਗਾਏ ਜਾਂਦੇ ਨੇ ਜਾਂ ਜੋ ਕੁਝ ਸੁਪਰੀਮ ਕੋਰਟ ਦੇ ਵਿੱਚ ਹੁੰਦਾ ਹੈ ਉਸ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਨੇ। ਉਹਨਾਂ ਦਾ ਕਹਿਣਾ ਹੈਗਾ ਕਿ ਜੱਜਾਂ ਨੂੰ ਜਦੋਂ ਰਿਟਾਇਰ ਹੋ ਜਾਂਦੇ ਨੇ ਬਾਅਦ ਦੇ ਵਿੱਚ ਸਰਕਾਰੀ ਅਹੁਦੇ ਦਿੱਤੇ ਜਾਂਦੇ ਨੇ ਜਾਂ ਤੇ ਗਵਰਨਰ ਬਣਾਇਆ ਜਾਂਦਾ ਹੈ, ਜਿਸ ਦੇ ਵਿੱਚ ਉਹਨਾਂ ਨੇ ਈਵਨ ਕਿ ਨਾਮ ਲੈ ਕੇ ਵੀ ਕਿਹਾ। ਖਾਸ ਕਰਕੇ ਉਹਨਾਂ ਨੇ ਰੰਜਨ ਗਗੋਈ ਦਾ ਨਾਮ ਲਿਆ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਚੀਫ ਜਸਟਿਸ ਨੂੰ ਕੰਟਰੋਲ ਕਰ ਲੈਂਦੇ ਹੋ ਤੇ ਸਾਰੀ ਦੀ ਸਾਰੀ ਜਿਹੜੀ ਜੁਡੀਸ਼ਰੀ ਹੈ ਉਹ ਤੁਹਾਡੇ ਅੰਡਰ ਆ ਜਾਂਦੀ ਹੈ, ਕਿਉਂਕਿ ਫਿਰ ਚੀਫ ਜਸਟਿਸ ਨੇ ਡਿਸਾਈਡ ਕਰਨਾ ਹੁੰਦਾ ਹੈ ਕਿ ਕਿਹੜਾ ਕੇਸ ਕਿਹੜੀ ਪੈਨਲ ਦੇ ਵਿੱਚ ਜਾਵੇ ਜਾਂ ਕਿਹੜੇ ਕੇਸ ਦੀ ਸੁਣਵਾਈ ਕਿਹੜਿਆਂ ਜੱਜਾਂ ਨੇ ਕਰਨੀ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਤਰੀਕੇ ਦੇ ਨਾਲ ਮੀਡੀਆ ਨੂੰ ਕੰਟਰੋਲ ਕੀਤਾ ਜਾਂਦਾ ਹੈ, ਅਦਾਲਤਾਂ ਨੂੰ ਵੀ ਉਸੇ ਤਰੀਕੇ ਦੇ ਨਾਲ ਕੰਟਰੋਲ ਕੀਤਾ ਜਾ ਰਿਹਾ ਹੈ। ਔਰ ਹੋਰ ਵੀ ਉਹਨਾਂ ਨੇ ਵੱਡੇ ਖੁਲਾਸੇ ਇਸ ਤਰੀਕੇ ਦੇ ਕੀਤੇ ਕਿ ਇਸ ਦੇ ਵਿੱਚ CBI, ED, ਇਨਕਮ ਟੈਕਸ ਨੂੰ ਵੀ ਵਰਤਿਆ ਜਾਂਦਾ ਹੈ, ਕਿਉਂਕਿ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੇ ਜੱਜ ਇਮਾਨਦਾਰ ਨੇ ਉਹਨਾਂ ਦੇ ਉੱਤੇ ਇਸ ਤਰੀਕੇ ਦੇ ਛਾਪੇ ਪਵਾਏ ਜਾਂਦੇ ਨੇ ਜਾਂ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਹੈ। ਇਸ ਚੀਜ਼ਾਂ ਦਾ ਖੁਲਾਸਾ ਵੀ ਉਹਨਾਂ ਵੱਲੋਂ ਕੀਤਾ ਗਿਆ। ਔਰ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਵੀ ਉਹਨਾਂ ਨੇ ਇੱਕ ਵੱਡਾ ਖੁਲਾਸਾ ਕੀਤਾ। ਉਹਨਾਂ ਨੇ ਕਿਹਾ ਕਿ ਜਿਹੜੇ ਆਜ਼ਾਦ ਜੱਜਸ ਹੁੰਦੇ ਨੇ ਉਹਨਾਂ ਨੂੰ ਜਿਹੜਾ ਹੈਗਾ ਨੋਟੀਫਿਕੇਸ਼ਨ ਹੀ ਨਹੀਂ ਆਉਂਦਾ ਚੀਫ ਜਸਟਿਸ ਦੀ ਨਿਯੁਕਤੀ ਨੂੰ ਲੈ ਕੇ ਜਾਂ ਇਸ ਤਰੀਕੇ ਦੀਆਂ ਜਿਹੜੀਆਂ ਕਾਰਵਾਈਆਂ ਹੁੰਦੀਆਂ ਨੇ। ਇਸ ਤੋਂ ਬਾਅਦ ਉਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਕਿ ਜਨਵਰੀ 2018 ਦੇ ਵਿੱਚ ਜਿਹੜੇ 4 ਜੱਜਾਂ ਵੱਲੋਂ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਤੇ ਵੱਡੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਸਨ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਜਾਂ ਜੋ ਵੀ ਹੋਇਆ ਸਾਡੇ ਸਾਹਮਣੇ ਹੈ। ਕਿਤੇ ਨਾ ਕਿਤੇ ਆਪਾਂ ਕਹਿ ਲਈਏ ਕਿ ਜੁਡੀਸ਼ਰੀ ਵੀ ਇੱਕ ਵੱਡਾ ਪਿਲਰ ਹੁੰਦਾ ਹੈ ਲੋਕਤੰਤਰ ਦਾ, ਪਰ ਮੌਜੂਦਾ ਸਰਕਾਰ ਤੇ ਜੁਡੀਸ਼ਰੀ ਨੂੰ ਲੈ ਕੇ ਵੀ ਸਵਾਲੀਆ ਚਿੰਨ੍ਹ ਜਿਹੜੇ ਨੇ ਉਹ ਲੱਗ ਚੁੱਕੇ ਨੇ। ਔਰ ਜਦੋਂ ਇੱਕ ਵਾਰੀ ਤਾਂ ਇਹ ਹੁੰਦਾ ਨੇ ਕਿ ਬਾਹਰਲੇ ਲੋਕ ਇਲਜ਼ਾਮ ਲਾਉਂਦੇ ਨੇ ਤੇ ਸਾਨੂੰ ਇਹ ਲੱਗਦਾ ਹੈ ਕਿ ਜੀ ਇਹ ਤਾਂ ਖਿਲਾਫ ਹੀ ਹੋਣਗੇ, ਜਾਂ ਤਾਂ ਇਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੋਣਗੇ ਜਾਂ ਕਾਂਗਰਸ ਦੇ ਖਿਲਾਫ ਹੋਣਗੇ। ਪਰ ਜਦੋਂ ਕੋਈ ਅੰਦਰਲਾ ਬੰਦਾ ਇਸ ਤਰੀਕੇ ਦੀ ਇਲਜ਼ਾਮ ਔਰ ਤੱਥਾਂ ਦੇ ਨਾਲ ਗੱਲ ਕਰਦਾ ਹੈ, ਜਾਂ ਹੁਣ ਆਪਾਂ ਦੇਖੀਏ ਕਿ ਜਦੋਂ 2018 ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਸੀ, 4 ਜੱਜਾਂ ਨੇ ਪਹਿਲੀ ਵਾਰੀ ਸੁਪਰੀਮ ਕੋਰਟ ਦੇ ਜੱਜ ਬਾਹਰ ਆ ਕੇ ਉਹਨਾਂ ਨੇ ਜਿਹੜਾ ਹੈਗਾ ਇਹ ਗੱਲਾਂ ਕਹੀਆਂ ਸਨ ਤੇ ਉਦੋਂ ਲੋਕਾਂ ਨੂੰ ਸੀਰੀਅਸ ਲੈਣਾ ਚਾਹੀਦਾ ਸੀ। ਪਰ ਇੰਨਾ ਜ਼ਿਆਦਾ ਥੋੜਾ ਬਹੁਤਾ ਮੀਡੀਆ ਦੀਆਂ ਸੁਰਖੀਆਂ 'ਚ ਜ਼ਰੂਰ ਆਇਆ, ਪਰ ਇੰਨੀ ਕੋਈ ਉਹਦੀ ਆਊਟਪੁੱਟ ਨਹੀਂ ਆਈ। ਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਹੁਣ ਆਪਾਂ ਦੇਖੀਏ ਕਿ ਦੁਬਾਰਾ ਜਿਹੜਾ ਹੈਗਾ ਪ੍ਰਸ਼ਾਂਤ ਭੂਸ਼ਣ ਵੱਲੋਂ ਜੋ ਕਿ ਇੱਕ ਆਪਾਂ ਕਹਿ ਲਈਏ ਕਿ ਇੱਕ ਸੁਲਝੇ ਹੋਏ ਇਨਸਾਨ ਨੇ ਔਰ ਇੱਕ ਪ੍ਰੋਫੈਸ਼ਨਲ ਅਹੁਦੇ ਤੇ ਨੇ, ਉਹਨਾਂ ਵੱਲੋਂ ਇਸ ਤਰੀਕੇ ਦੀਆਂ ਜੇ ਗੱਲਾਂ ਕਹੀਆਂ ਜਾਣੀਆਂ ਇਹਨਾਂ ਦਾ ਨੋਟਿਸ ਲਿਆ ਜਾਣਾ ਚਾਹੀਦਾ ਹੈ। ਕਿਤੇ ਨਾ ਕਿਤੇ ਲੱਗ ਹੀ ਰਿਹਾ ਹੈ ਕਿ ਜ਼ਰੂਰ ਇਹਨਾਂ ਦੀ ਗੱਲ ਦੇ ਵਿੱਚ ਕੋਈ ਨਾ ਕੋਈ ਸੱਚਾਈ ਜ਼ਰੂਰ ਹੋਏਗੀ। ਇਸ ਤਰ੍ਹਾਂ ਦਾ ਮਾਹੌਲ ਭਾਰਤ ਦੇ ਵਿੱਚ ਬਣ ਚੁੱਕਾ ਹੈ ਔਰ ਕਿਤੇ ਨਾ ਕਿਤੇ ਡੈਮੋਕ੍ਰੇਸੀ ਦੇ ਲਈ ਬਹੁਤ ਵੱਡਾ ਖਤਰਾ ਹੈ। ਬਿਲਕੁਲ, ਭਾਰਤੀ ਫਿਲਮਾਂ ਨੇ ਜ਼ਿਹਨ ਦੇ ਵਿੱਚ ਕਿਸੇ ਇੱਕ ਵੱਡੇ ਵਕੀਲ ਦੀ ਇੱਕ ਅਜਿਹੀ ਤਸਵੀਰ ਜ਼ਿਹਨ ਦੇ ਵਿੱਚ ਤਿਆਰ ਕੀਤੀ ਹੋਈ ਹੈ ਕਿ ਜੇਕਰ ਕੋਈ ਰਸੂਖਦਾਰ ਹੋਏਗਾ, ਜੇ ਕੋਈ ਧਨਾੜ ਹੋਏਗਾ ਵਕੀਲ, ਤਾਂ ਹੀ ਉਹ ਅੜੀ ਲਾ ਸਕਦਾ, ਤਾਂ ਹੀ ਉਹ ਮੱਥਾ ਲਾ ਸਕਦਾ ਹੈ ਜੱਜ ਦੇ ਨਾਲ। ਇੱਕ ਧਾਰਨਾ ਤਿਆਰ ਕਰ ਦਿੱਤੀ ਹੈ। ਲੇਕਿਨ ਅਸੀਂ ਜਿਸ ਵੇਲੇ ਪ੍ਰਸ਼ਾਂਤ ਭੂਸ਼ਣ ਦੀ ਗੱਲ ਕਰਦੇ ਹਾਂ, ਸਮੇਂ ਸਿਰ ਅਜਿਹੇ ਸਿਸਟਮ ਦੇ ਖਿਲਾਫ ਗੱਲ ਕਰਨੀ, ਆਵਾਜ਼ ਰੱਖਣੀ, ਆਪਣਾ ਪੱਖ ਰੱਖਣਾ, ਜੋ ਬਿਲਕੁਲ ਅੱਜ ਦੇ ਸਮੇਂ ਦੇ ਹਾਲਾਤਾਂ ਦੇ ਵਿੱਚ ਕਹਿ ਦਿੱਤਾ ਜਾਂਦਾ ਕਿ ਤੁਸੀਂ ਅਗੇਂਸਟ ਜਾ ਰਹੇ ਹੋ, ਤੁਸੀਂ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰ ਰਹੇ ਹੋ। ਇਹ ਜਾਂ ਤਾਂ ਪ੍ਰਸ਼ਾਂਤ ਭੂਸ਼ਣ ਚੰਗੇ ਤਰੀਕੇ ਦੇ ਨਾਲ ਜਾਣਦੇ ਨੇ ਕਿਹੜੇ ਸਮੇਂ ਤੇ ਕਿਹੜੀ ਨਬਜ਼ ਨੂੰ ਦੱਬਣਾ ਹੈ, ਤਾਂ ਜੋ ਕਿ ਬਦਲਾਵ ਦੇ ਪੱਖ ਤੋਂ ਅੱਗੇ ਗੱਲ ਰੱਖੀ ਤਾਂ ਜਾ ਸਕੇ, ਭਾਵੇਂ ਸਿੱਧੀ ਨਾ ਕਹੀ ਤਾਂ ਦੂਸਰੇ ਤਰੀਕੇ ਨਾਲ ਕਹਿ ਦਿੱਤੀ। ਬਿਹਾਰ ਇਲੈਕਸ਼ਨਸ ਦੀ ਗੱਲ ਕਰ ਲੈਂਦੇ ਆ। ਜਗਜੀਤ ਸਿੰਘ ਜੀ ਨੇ ਜਿਵੇਂ ਦੱਸਿਆ ਹੀ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਲਗਾਤਾਰ ਕਰ ਰਹੇ ਨੇ। ਬੀਤੇ ਦਿਨ ਦੀ ਰੈਲੀ ਦੇ ਵਿੱਚ ਜੋ ਕੁਝ ਉਹਨਾਂ ਨੇ ਕਿਸਾਨਾਂ ਦੇ ਲਈ ਕਿਹਾ, ਬਿਹਾਰ ਦੇ ਪੱਖ ਤੋਂ ਇਹ ਚੋਣਾਂ ਕਿਵੇਂ ਹੋ ਸਕਦੀਆਂ ਨੇ, ਕਿਉਂਕਿ ਹੁਣ ਰਾਮ ਵਿਲਾਸ ਪਾਸਵਾਨ ਤੋਂ ਬਾਅਦ
ਕਿਸ ਤਰੀਕੇ ਦੇ ਨਾਲ ਭਾਜਪਾ ਅੱਗੇ ਵੱਧਦੀ ਹੋਈ ਆਪਣੇ ਪ੍ਰਤਿਆਸ਼ੀਆਂ ਨੂੰ, ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੀ ਕੋਸ਼ਿਸ਼ ਕਰੇਗੀ। ਬਿਹਾਰ ਦੇ ਇਲੈਕਸ਼ਨ ਲੋਕਡਾਊਨ ਦੇ ਵਿੱਚ ਕੀ ਕੁਝ ਲੈ ਕੇ ਆ ਸਕਦੇ ਨੇ ਭਾਰਤ ਦੇ ਲਈ? ਬਿਲਕੁਲ ਆਪਾਂ ਕਹਿ ਲਈਏ ਨਾ ਕਿ ਬਿਹਾਰ ਦੇ ਇਲੈਕਸ਼ਨ ਜਿਹੜੇ ਉਹਨਾਂ ਦੇ ਪ੍ਰੀ ਪੋਲ ਵੀ ਜਿਹੜੇ ਆਉਣੇ ਸ਼ੁਰੂ ਹੋ ਗਏ ਨੇ, ਔਰ ਜਿਹੜੀ ਪਹਿਲੀ ਪੋਲ ਆਈ ਹੈਗੀ ਉਸ ਦੇ ਵਿੱਚ ਐਨਡੀਏ ਨੂੰ ਜਿਹੜਾ ਹੈਗਾ 38% ਜਿਹੜਾ ਹੈਗਾ ਲੋਕੀ ਜੇ ਆਪਾਂ ਕਹੇ ਕਿ ਵੋਟਾਂ ਪੈ ਰਹੀਆਂ ਨੇ, ਔਰ ਮਹਾਗਠਬੰਧਨ ਜਿੱਥੇ ਹੋਇਆ ਹੈ ਜਿਸ ਦੇ ਵਿੱਚ ਅਲੱਗ-ਅਲੱਗ ਪਾਰਟੀਆਂ ਨੇ ਉਹਨਾਂ ਨੂੰ 32% ਇੱਥੇ ਹੈਗੀ ਆ ਜਿਹੜੀ ਵੋਟ ਪੈ ਰਹੀ ਹੈ ਜੀ। ਐਲਜੇਪੀ ਜਿਹੜੀ ਹੈਗੀ ਆ ਉਹਨੂੰ 6% ਔਰ ਜਿਹੜੇ ਅਦਰਸ ਹੈਗੇ ਉਹਨਾਂ ਨੂੰ 12%। ਔਰ ਇਸ ਦੇ ਵਿੱਚ ਜਿਹੜੀ ਵੱਡੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ 24% ਲੋਕਾਂ ਨੇ ਅਜੇ ਤੱਕ ਡਿਸਾਈਡ ਨਹੀਂ ਕੀਤਾ। ਤੁਸੀਂ ਦੱਸਿਆ ਕਿ ਰੈਲੀਆਂ ਹੋ ਰਹੀਆਂ ਨੇ, ਕਿਤੇ ਨਾ ਕਿਤੇ ਜਿਹੜੀਆਂ ਇਹ ਰੈਲੀਆਂ ਹੀ ਡਿਸਾਈਡ ਕਰਨਗੀਆਂ, ਕਿਉਂਕਿ ਇਹ ਜਿਹੜੇ 24% ਲੋਕ ਹੋਣਗੇ ਇਹੀ ਇਹ ਤੈਅ ਕਰਨਗੇ ਕਿ ਕਿੱਧਰ ਨੂੰ ਗੱਲ ਜਾਣੀ ਹੈ। ਜਦੋਂ ਆਪਾਂ ਗੱਲ ਕਰ ਲੈਂਦੇ ਆ ਐਨਡੀਏ ਦੀ, ਤੇ ਐਨਡੀਏ ਦੇ ਵਿੱਚ ਜਿਹੜਾ ਹੈਗਾ ਮੌਜੂਦਾ ਜਿਹੜੀ ਸਰਕਾਰ ਹੈਗੀ ਆ ਨਿਤੀਸ਼ ਕੁਮਾਰ ਦੀ, ਉਹਨਾਂ ਵੱਲੋਂ ਜਿਹੜਾ ਹੈਗਾ ਉਹਨਾਂ ਦਾ ਥੋੜਾ ਜਿਹਾ ਪਲੜਾ ਤਾਂ ਕਰਕੇ ਭਾਰੀ ਹੈ ਕਿ ਉਹ 2-3 ਵਾਰ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ, ਔਰ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਵੀ ਜਿਹੜੀ ਵੱਡੀ ਸਪੋਰਟ ਇਸ ਟਾਈਮ ਜਿਹੜੀ ਹੈਗੀ ਹੈ, ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਉੱਥੇ 12 ਰੈਲੀਆਂ ਕਰਨੀਆਂ ਨੇ। ਪਰ ਦੂਸਰੇ ਬੰਨੇ ਜਿਹੜਾ ਇੰਟਰਸਟਿੰਗ ਫੈਕਟਰ ਬਿਹਾਰ ਇਲੈਕਸ਼ਨਸ ਦੇ ਵਿੱਚ ਸਾਹਮਣੇ ਆਇਆ ਹੈਗਾ, ਤੇਜਸਵੀ ਯਾਦਵ, ਲਾਲੂ ਪ੍ਰਸਾਦ ਯਾਦਵ ਦੇ ਜਿਹੜੇ ਮੁੰਡੇ ਹੈਗੇ ਨੇ, ਔਰ ਇਹਨਾਂ ਵੱਲੋਂ ਜਿਹੜਾ ਹੈਗਾ ਨੌਜਵਾਨਾਂ ਦਾ ਜਿਹੜਾ ਹੜ ਜਿਹੜਾ ਹੈਗਾ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਆਮ ਹੀ ਦੇਖਿਆ ਜਾ ਸਕਦਾ ਹੈ। ਈਵਨ ਕਿ ਇਹਨਾਂ ਦੀ ਇੱਕ ਰੈਲੀ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੂੰ ਇਹ ਆਪਾਂ ਕਹੇ ਕਿ ਆਪਣੇ ਕਹਿ ਲਈਏ ਕਿ ਪਾਉਣਾ ਪਿਆ ਕਿ ਜਿਹੜਾ ਹੈਗਾ ਕੋਵਿਡ ਕਰਕੇ ਰਿਸਟ੍ਰਿਕਸ਼ਨ ਅਜੇ ਵੀ ਨੇ ਤੇ ਤੁਸੀਂ ਜਿਹੜਾ ਹੈਗਾ ਇਸ ਚੀਜ਼ ਦਾ ਧਿਆਨ ਰੱਖੋ। ਮਤਲਬ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਹੀ ਇਸ ਤਰੀਕੇ ਦੀ ਜਿਹੜੀ ਨੋਟੀਫਿਕੇਸ਼ਨ ਦਿੱਤੀ ਹੈਗੀ ਹੈ। ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਵੀ ਇਹੀ ਬੋਲਦਿਆਂ ਕਿਹਾ ਸੀ ਕਿ ਜਿਹੜਾ ਕੋਰੋਨਾ ਵਾਇਰਸ ਹੈ ਜੇ ਗਿਆ ਨਹੀਂ ਹੈ, ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ। ਤੇ ਉਹੀ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਹੈ ਬਿਹਾਰ ਦੇ ਵਿੱਚ ਹੁਣ 12 ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਮਤਲਬ ਕਿਤੇ ਨਾ ਕਿਤੇ ਜਿਹੜਾ ਹੈਗਾ ਜਦੋਂ ਤੁਸੀਂ ਰੈਲੀਆਂ ਕਰੋਗੇ ਤੇ ਰੈਲੀਆਂ ਦੇ ਵਿੱਚ ਹੜ ਤੇ ਆਉਣਾ ਹੀ ਹੈ ਜੀ। ਹੁਣ ਇੱਥੇ ਸਵਾਲ ਇਹ ਪੈਦਾ ਹੋ ਜਾਂਦਾ ਹੈ ਕਿ ਕੀ ਲੋਕਾਂ ਦੀ ਜਾਨ ਦੇ ਨਾਲੋਂ ਆਪਾਂ ਕਹਿ ਲਈਏ ਕਿ ਜੇ ਕੋਰੋਨਾ ਵਾਇਰਸ ਦਾ ਖਤਰਾ ਹੈ ਤੇ ਕੀ ਉੱਥੇ ਰੈਲੀਆਂ ਕਰਨੀਆਂ ਜ਼ਿਆਦਾ ਜ਼ਰੂਰੀ ਨੇ, ਕੀ ਉੱਥੇ ਲੋਕਾਂ ਦਾ ਇਕੱਠ ਕਰਨਾ ਜ਼ਿਆਦਾ ਜ਼ਰੂਰੀ ਹੈ? ਇਹ ਆਪਣੇ ਆਪ ਦੇ ਵਿੱਚ ਹੀ ਸਵਾਲ ਹੈ। ਔਰ ਦੂਸਰੇ ਬੰਨੇ ਜਿਹੜਾ ਹੈਗਾ ਨਾ ਤੇਜਸਵੀ ਯਾਦਵ, ਇਹਦੀ ਜਦੋਂ ਆਪਾਂ ਗੱਲ ਕਰਦੇ ਇਹਨਾਂ ਦੀ, ਤੇ ਇਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਜੇ ਇਹਨਾਂ ਦੀ ਸਰਕਾਰ ਆਉਂਦੀ ਹੈ ਤੇ ਇਹ ਜਿਹੜਾ ਹੈਗਾ ਵਾ ਮਹਾਗਠਬੰਧਨ ਦੀ ਜੇ ਸਰਕਾਰ ਆਉਂਦੀ ਹੈ ਤੇ 10 ਲੱਖ ਨੌਕਰੀਆਂ ਜਿਹੜੀਆਂ ਨੇ ਇਹ ਉੱਥੇ ਬਿਹਾਰ ਦੇ ਵਿੱਚ ਦੇਣਗੇ। ਤੇ ਮੌਜੂਦਾ ਜਿਹੜੇ ਮੁੱਖ ਮੰਤਰੀ ਹੈਗੇ ਨੇ ਨਿਤਿਸ਼ ਕੁਮਾਰ, ਉਹਨਾਂ ਨੇ ਕਿਹਾ ਕਿ 10 ਲੱਖ ਨੌਕਰੀਆਂ ਕਿੱਦਾਂ ਦਿੱਤੀਆਂ ਜਾਣਗੀਆਂ। ਇਸ ਤਰੀਕੇ ਦੇ ਨਾਲ ਬੜਾ ਮਜ਼ਾਕੀਆ ਲਹਿਜੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਹੁਤ ਕੁਝ ਉਹਨਾਂ ਨੇ ਇਹਨਾਂ ਦੇ ਪਿਤਾ ਜੀ ਤੇ ਵੀ ਬਹੁਤ ਸਾਰੇ ਐਲੀਗੇਸ਼ਨ ਵਗੈਰਾ ਲਗਾਏ। ਪਰ ਜਦੋਂ ਹੁਣ ਆਪਾਂ ਦੇਖੀਏ ਕਿ ਉਸ ਤੋਂ ਤਕਰੀਬਨ 24 ਘੰਟੇ ਬਾਅਦ ਜਦੋਂ ਭਾਰਤੀ ਜਨਤਾ ਪਾਰਟੀ ਆਪਣਾ ਜਿਹੜਾ ਹੈਗਾ ਮੈਨੀਫੈਸਟੋ ਲਾਂਚ ਕਰਦੀ ਹੈ ਤੇ ਉਸ ਦੇ ਵਿੱਚ 19 ਲੱਖ ਨੌਕਰੀਆਂ ਦੀ ਗੱਲ ਕਰਦੀ ਹੈ। ਮਤਲਬ ਉਹਨਾਂ ਦੀ ਆਪਣੀ ਹੀ ਪਾਰਟੀ ਜਿਹੜੀ ਹੈ 19 ਲੱਖ ਨੌਕਰੀਆਂ ਦੀ ਗੱਲ ਕਰਦੀ ਹੈ, ਔਰ 10 ਲੱਖ ਨੌਕਰੀਆਂ ਦੇ ਉੱਤੇ ਜਿਹੜਾ ਹੈਗਾ ਉਹ ਸਵਾਲੀਆ ਚਿੰਨ੍ਹ ਲਗਾ ਰਹੇ ਸੀ। ਦੂਜੀ ਗੱਲ ਜਿਹੜੀ ਹੈਗੀ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਕਰੋਨਾ ਵੈਕਸੀਨ ਹੈ ਉਹ ਅਸੀਂ ਫ੍ਰੀ ਦੇਵਾਂਗੇ। ਹੁਣ ਅਮਨਪ੍ਰੀਤ ਸਿੰਘ ਜੀ ਤੁਸੀਂ ਇਹ ਦੇਖੋ ਕਿ ਕੀ ਵੈਕਸੀਨ ਨੂੰ ਐਜ਼ ਏ ਇਲੈਕਸ਼ਨ ਟੂਲ ਵਜੋਂ ਵਰਤਣਾ ਠੀਕ ਹੈ, ਜਾਂ ਆਪਾਂ ਕਹਿ ਲਈਏ ਕਿ ਕੀ ਬਾਕੀ ਦੀਆਂ ਸਟੇਟਸ ਨੂੰ ਹੁਣ ਇੰਤਜ਼ਾਰ ਕਰਨਾ ਪਵੇਗਾ ਕਿ ਪੰਜਾਬ ਦੀ ਵੈਕਸੀਨ ਲਈ ਹੁਣ 2022 ਦੀਆਂ ਚੋਣਾਂ ਦੀ ਆਪਾਂ ਬੀਜੇਪੀ ਦੀ ਵੇਟ ਕਰਾਂਗੇ ਕਿ ਜੀ ਜਦੋਂ ਵੈਕਸੀਨ ਤਾਂ ਹੀ ਮਿਲੇਗੀ ਜੇ ਤੁਸੀਂ ਬੀਜੇਪੀ ਨੂੰ ਵੋਟ ਪਾਓਗੇ? ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲੀਆ ਚਿੰਨ੍ਹ ਹੈ। ਭਾਵੇਂ ਕਿ ਬੀਜੇਪੀ ਨੇ ਜਿਹੜਾ ਹੈਗਾ ਇਸ ਚੀਜ਼ ਨੂੰ ਡਿਫੈਂਡ ਕੀਤਾ ਔਰ ਉਹਨਾਂ ਨੇ ਕਿਹਾ ਕਿ ਇਸ ਜਿਹੜੀ ਵੈਕਸੀਨ ਹੈ ਸੈਂਟਰ ਵੱਲੋਂ ਸਟੇਟ ਨੂੰ ਦੇ ਦਿੱਤੀ ਜਾਣੀ ਹੈ, ਮਤਲਬ ਸੈਂਟਰ ਵੱਲੋਂ ਸਟੇਟ ਨੂੰ ਦੇ ਦਿੱਤੀ ਜਾਣੀ ਔਰ ਸਟੇਟ ਨੇ ਡਿਸਾਈਡ ਕਰਨਾ ਹੈ ਕਿ ਇਸ ਵੈਕਸੀਨ ਨੂੰ ਫ੍ਰੀ ਆਫ ਕਾਸਟ ਦੇਣਾ ਹੈਗਾ ਜਾਂ ਇਹਦੇ ਤੁਸੀਂ ਪੈਸੇ ਲੈਣੇ ਹੈਗੇ ਆ। ਮਤਲਬ ਉਹਨਾਂ ਨੇ ਆਪਣੇ ਆਪ ਨੂੰ ਡਿਫੈਂਡ ਕਰ ਲਿਆ। ਪਰ ਚੋਣ ਮੈਨੀਫੈਸਟੋ ਦੇ ਵਿੱਚ ਇਹ ਪਾਉਣਾ, ਇਹ ਆਪਣੇ ਆਪ ਦੇ ਵਿੱਚ ਇਹਦੀ ਜਿਹੜੀ ਆਪਾਂ ਕਹਿ ਲੈਨੇ ਕਿ ਚੁਸਕੀ ਬਾਕੀ ਦੀਆਂ ਪਾਰਟੀਆਂ ਨੇ ਵੀ ਲਈ ਹੈਗੀ ਆ ਔਰ ਆਪਣੇ ਆਪ ਦੇ ਵਿੱਚ ਇਹ ਸਵਾਲਿਆ ਚਿੰਨ੍ਹ ਜਿਹੜਾ ਹੈ ਲਗਾਉਂਦੀ ਹੈਗੀ ਆ। ਬਿਲਕੁਲ, ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਜੀ ਚੋਣ ਮੈਨੀਫੈਸਟੋ ਜੋ ਤਿਆਰ ਹੋਏ ਨੇ ਉਹ ਲੋਕ ਲੁਭਾਵਨੇ ਵਾਅਦੇ ਨੇ। ਹੁਣ ਇਹ ਲੋਕ ਲੁਭਾਵਨਾ ਵਾਅਦਾ ਇੱਕ ਹੋਰ ਜੋੜ ਦਿੱਤਾ ਗਿਆ ਕਿ ਜੋ ਹਲੇ ਬਿਮਾਰੀ ਦੇ ਲਈ ਦਵਾਈ ਬਣੀ ਤੱਕ ਨਹੀਂ ਉਹ ਅਸੀਂ ਤੁਹਾਨੂੰ ਫ੍ਰੀ ਦੇ ਵਿੱਚ ਦੇਵਾਂਗੇ। ਚਲੋ ਜੀ, ਰੱਬ ਰਾਖਾ ਉਸ ਚੋਣ ਮੈਨੀਫੈਸਟੋ ਦਾ। ਅੱਗੇ ਵਧੀਏ ਤਾਂ ਹੁਣ ਭਾਰਤ ਦੀ ਇਕੋਨਮੀ ਦੀ ਜਿਸ ਵੇਲੇ ਅਸੀਂ ਗੱਲ ਕਰਦੇ ਹਾਂ, ਬੀਤੇ ਕੁਝ ਮਹੀਨਿਆਂ ਦੇ ਵਿੱਚ ਕਾਫੀ ਸ਼ੋਰਗੁਲ ਦੇ ਵਿੱਚ ਰਹੀ ਹੈ। ਹੁਣ ਬੰਗਲਾਦੇਸ਼ ਅੱਗੇ ਕਿਵੇਂ ਵੱਧ ਗਿਆ GDP ਦੀ ਇੱਥੇ ਥੋੜੇ ਆંકੜਿਆਂ ਦੇ ਵਿੱਚ ਭਾਰਤ ਪਿੱਛੇ ਹੁਣ ਨਜ਼ਰ ਆ ਰਿਹਾ। ਬਿਲਕੁਲ, ਜਦੋਂ ਆਪਾਂ IMF ਦੀ ਜਿਹੜੀ ਰਿਪੋਰਟਸ ਹੈਗੀ ਨਾ ਉਹਨਾਂ ਨੂੰ ਚੈੱਕ ਕਰਦੇ ਹਾਂ, IMF ਐਕਚੁਅਲੀ ਕੀ ਹੈ ਕਿ ਇੰਟਰਨੈਸ਼ਨਲ ਹੈਗਾ ਮੋਨੀਟਰੀ ਫੰਡ ਕਰਕੇ ਇਹਨੂੰ ਕਹਿੰਦੇ ਹੈਗੇ, ਔਰ ਇਹ ਸਾਰਾ ਜਿਹੜਾ ਹੈਗਾ ਇਹ ਸਾਰੇ ਦੇਸ਼ਾਂ ਦਾ ਜਿਹੜਾ ਇਹ ਰੈਗੂਲੇਟਰੀ ਬਾਡੀ ਹੈਗੀ ਔਰ ਸਾਰੇ ਦੇਸ਼ਾਂ ਦਾ ਇਹ ਧਿਆਨ ਰੱਖਦਾ ਔਰ ਇਹਨਾਂ ਨੇ ਸੰਕੇਤ ਦਿੱਤੇ ਨੇ
ਕਿ ਜਦੋਂ ਆ ਈਅਰ ਐਂਡ ਹੋਵੇਗਾ ਤੇ ਜਿਹੜੀ ਹੈਗੀ ਆ ਹੁਣ ਜਿਹੜੀ ਖਾਸ ਕਰਕੇ ਜਿਹੜਾ ਆ ਕੁਆਟਰ ਐਂਡ ਹੋਣਾ ਹੈ ਉਸ ਦੇ ਵਿੱਚ ਜਿਹੜਾ ਹੈਗਾ ਹੈ ਭਾਰਤ ਦੀ ਜਿਹੜੀ ਇਕਨੋਮੀ ਹੈ -10.9% ਤੱਕ ਡਿੱਗੀ ਰਹੇਗੀ ਔਰ ਇਸ ਦੇ ਵਿੱਚ ਜਦੋਂ ਬੰਗਲਾਦੇਸ਼ ਦੀ ਇਕਨੋਮੀ ਦੀ ਗੱਲ ਕਰਦੇ ਹਾਂ ਉਹ 4% ਪਲੱਸ ਦੇ ਵਿੱਚ ਹੋਵੇਗੀ। ਮਤਲਬ ਜਿਹੜਾ ਹੈਗਾ ਇਹ ਸੋਚਣਾ ਪਵੇਗਾ, ਭਾਰਤ ਦੇ ਨੀਤੀ ਘਾੜਿਆਂ ਨੂੰ ਸੋਚਣਾ ਪਵੇਗਾ ਕਿ ਕਿੱਧਰ ਨੂੰ ਜਿਹੜੀ ਗੱਲ ਹੈ ਇਹ ਜਾ ਰਹੀ ਹੈਗੀ ਆ। ਖਾਸ ਕਰਕੇ ਜਦੋਂ 31 ਮਾਰਚ ਦਾ ਈਅਰ ਐਂਡ ਹੋਵੇਗਾ ਤੇ ਉਦੋਂ ਵੀ ਜਿਹੜਾ ਹੈਗਾ ਕਿਆਸ ਇਹੀ ਲਗਾਏ ਜਾ ਰਹੇ ਨੇ ਕਿ ਇਕਨੋਮੀ ਜਿਹੜੀ ਪਰ ਕੈਪੀਟਾ ਹੈਗੀ ਆ ਇਕਨੋਮੀ ਉਹਦੇ ਵਿੱਚ ਇਹ ਹੁੰਦਾ ਕਿ ਪਰ ਕੈਪੀਟਾ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਤੁਹਾਡੇ ਲੈ ਲਓ ਵੀ ਪੂਰੇ ਦੇਸ਼ ਦੇ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਕਮਾਈ ਆ ਉਹਦੀ ਇੱਕ ਐਵਰੇਜ ਕੱਢ ਲਈ ਜਾਂਦੀ ਹੈ ਤੇ ਉਸ ਨੂੰ ਜਿਹੜਾ ਹੈਗਾ ਉਸ ਐਵਰੇਜ ਦੇ ਨਾਲ ਜਦੋਂ ਕੰਪੇਅਰ ਕਰਦੇ ਆ ਤੇ ਉਸ ਦੇ ਵਿੱਚ ਬਹੁਤ ਸਾਰਾ ਜਿਹੜਾ ਫਰਕ ਹੈਗਾ ਬੰਗਲਾਦੇਸ਼ ਦੇ ਨਾਲੋਂ ਥੋੜਾ ਬਹੁਤਾ ਫਰਕ ਰਹਿਣ ਦੀ ਉਮੀਦ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਦੀ ਜਿਹੜੀ ਇਕਨੋਮੀ ਹੈ ਉਹ ਅਗਲੇ ਸਾਲ ਦੇ ਵਿੱਚ ਦੁਬਾਰਾ ਜਿਹੜੀ ਬੈਕ ਔਨ ਟਰੈਕ ਆ ਜਾਵੇਗੀ, ਪਰ ਕਿਤੇ ਨਾ ਕਿਤੇ ਦੇਖਣਾ ਪਵੇਗਾ ਕਿਉਂਕਿ ਬੰਗਲਾਦੇਸ਼ ਜਿਹੜਾ ਹੈ ਉਹ ਦੂਜੇ ਰਾਜਾਂ ਨੂੰ ਐਕਸਪੋਰਟ ਬਹੁਤ ਜ਼ਿਆਦਾ ਕਰਦਾ ਪਿਆ ਇਸ ਟਾਈਮ ਤੇ ਉਹ ਆਪਣੇ ਕੋਲ ਬਣਾਉਂਦਾ ਹੈਗਾ, ਪਰ ਜਿਹੜੇ ਭਾਰਤੀ ਲੋਕ ਹੈਗੇ ਨੇ ਇਸ ਚੀਜ਼ ਦੇ ਉੱਤੇ ਰਾਜਨੀਤੀ ਕਰਦੇ ਨੇ। ਉਹ ਇਹ ਸੋਚਦੇ ਪਏ ਨੇ ਕਿ ਬੰਗਲਾਦੇਸ਼ੀਆਂ ਨੂੰ ਪੱਛਮੀ ਬੰਗਾਲ ਦੇ ਵਿੱਚੋਂ ਐਕਸਪੋਰਟ ਕਿੱਦਾਂ ਕਰੀਏ। ਜੇ ਆਪਾਂ ਦੂਜੇ ਲਫ਼ਜ਼ਾਂ 'ਚ ਲਈਏ ਕਿ ਉਹ ਰਾਜਨੀਤੀ ਕਰਦੇ ਨੇ ਔਰ ਜਿਹੜੇ ਦੂਜੇ ਮੁਲਕ ਨੇ ਉਹ ਕੰਮ ਕਰ ਰਹੇ ਨੇ। ਬੰਗਲਾਦੇਸ਼ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਉਹ ਦੇਖਣਾ ਆਪਾਂ ਨੂੰ ਇਹ ਪਵੇਗਾ ਕਿ 5 ਸਾਲ ਪਹਿਲਾਂ ਦੇ ਕੀ ਹਾਲਾਤ ਸੀ। 5 ਸਾਲ ਪਹਿਲਾਂ ਜਿਹੜੀ ਪਰ ਕੈਪੀਟਾ GDP ਸੀਗੀ ਬੰਗਲਾਦੇਸ਼ ਦੀ ਉਹ 40% ਭਾਰਤ ਦੇ ਨਾਲੋਂ ਘੱਟ ਸੀ, ਪਰ ਜਦੋਂ ਆਪਾਂ ਅਜੋਕੇ ਅੰਕੜਿਆਂ ਦੀ ਗੱਲ ਕਰੀਏ ਜਾਂ ਜਦੋਂ ਆ ਈਅਰ ਐਂਡ ਹੋਣਾ ਹੈ ਤੇ ਉਦੋਂ ਜਿਹੜੀ ਗਰੋਥ ਰੇਟ ਜੋ ਭਾਰਤ ਦੀ ਹੋਣੀ ਹੈ 3.2% ਤੱਕ ਹੋਣੀ ਹੈ ਔਰ ਬੰਗਲਾਦੇਸ਼ ਦੀ 9.1% ਦਾ ਗਰੋਥ ਰੇਟ ਹੋਣੀ ਹੈ। ਹੁਣ ਜੋ ਭਾਰਤ ਦੇ ਜਿਹੜੇ ਆਪਾਂ ਕਹਿ ਲਈ ਨਾ ਕਿ ਮੌਜੂਦਾ ਸਰਕਾਰ ਹੈਗੀ ਆ ਉਹਨਾਂ ਨੇ ਕਿਹਾ ਜੀ ਕਿ ਕਰੋਨਾ ਵਾਇਰਸ ਦਾ ਜਿਹੜਾ ਹੈਗਾ ਪੂਰੀ ਦੁਨੀਆ ਤੇ ਹੀ ਪਿਆ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਬੰਗਲਾਦੇਸ਼ ਤੇ ਨਹੀਂ ਇਹ ਚੀਜ਼ ਪਈ ਜਾਂ ਕਿ ਸਿਰਫ ਆਪਾਂ ਇਹੀ ਦੇਖਣਾ ਹੈ ਕਿ ਸਾਡਾ ਮੁਕਾਬਲਾ ਸਿਰਫ ਪਾਕਿਸਤਾਨ ਦੇ ਨਾਲ ਹੈ, ਪਾਕਿਸਤਾਨ ਤੋਂ ਅਸੀਂ ਵਧੀਆ ਹੋਣਾ ਹੈ ਤੇ ਅਸੀਂ ਆਪਣੇ ਆਪ ਨੂੰ ਅਮਰੀਕਾ ਦੇ ਬਰਾਬਰ ਸਮਝ ਸਕਦੇ ਹਾਂ। ਇਹ ਸਾਰੇ ਸਵਾਲਿਆ ਚਿੰਨ੍ਹ ਜਿਹੜੇ ਨੇ ਉਹਨਾਂ ਵੱਲੋਂ ਲਗਾਏ ਗਏ ਨੇ। ਹੁਣ ਸੋਚਣਾ ਇਹ ਭਾਰਤ ਦੇ ਲੋਕਾਂ ਨੂੰ ਪਵੇਗਾ ਕਿ ਕਦੋਂ ਜਿਹੜੀ ਹੈਗੀ ਆ ਅਸਲ ਮੁੱਦੇ ਤੇ ਗੱਲ ਉੱਠੇਗੀ, ਕਦੋਂ ਮੀਡੀਆ ਦੇ ਵਿੱਚ ਅਸਲ ਮੁੱਦਿਆਂ ਦੇ ਉੱਤੇ ਡਿਬੇਟ ਹੋਵੇਗੀ। ਕੀ ਮੀਡੀਆ ਸਰਕਾਰ ਦੀ ਜੇ ਆਪਾਂ ਕਹੀਏ ਕਿ ਪੋਲਿਸ਼ਿੰਗ ਹੀ ਕਰਦਾ ਰਹੇਗਾ, ਸਰਕਾਰ ਦੇ ਜਿਹੜੇ ਪੋਜ਼ਿਟਿਵ ਪੱਖ ਨਹੀਂ ਹੈਗੇ ਉਹੀ ਚੀਜ਼ ਦਿਖਾਲਦਾ ਰਹੇਗਾ, ਜਾਂ ਆਪਾਂ ਕਹਿ ਲਈਏ ਕਿ ਜਿਹੜੇ ਹਿੰਦੂ ਮੁਸਲਿਮ ਦੀ ਗੱਲ ਹੈ ਉਹੀ ਕਰਦਾ ਰਹੇਗਾ, ਸੰਪਰਦਾਇਕਤਾ ਹੀ ਦਿਖਾਲੀ ਜਾਏਗੀ। ਇਹ ਹੁਣ ਮੀਡੀਆ ਤੇ ਆਪਣੇ ਆਪ ਤੇ ਡਿਪੈਂਡ ਕਰਦਾ ਹੈ ਔਰ ਖਾਸ ਕਰਕੇ ਲੋਕਾਂ ਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਨੇ ਕਿੱਧਰ ਵੱਲ ਨੂੰ ਗੱਲ ਜਿਹੜੀ ਹੈ ਉਹ ਲੈ ਕੇ ਜਾਣੀ ਹੈ। ਬਿਲਕੁਲ ਜੀ, ਪਿਛਲੇ ਤਕਰੀਬਨ ਭਾਰਤ ਦੇ 2 ਲੋਕ ਸਭਾ ਚੋਣਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੀਡੀਆ ਦੇ ਉੱਤੇ ਕਬਜ਼ਾ ਹੋਣਾ ਜਾਂ ਮੀਡੀਆ ਦੀ ਧਾਰਾ ਜੋ ਬਦਲੀ ਹੈ ਸਿਰਫ ਤੇ ਸਿਰਫ ਸੱਤਾ ਧਿਰ ਦੇ ਹੱਕ ਦੇ ਵਿੱਚ ਭੁਗਤਣਾ, ਕੀ ਇਹ ਸਿਰਫ ਮੀਡੀਆ ਦਾ ਕੰਮ ਰਹਿ ਗਿਆ? ਇਸ ਦੇ ਉੱਤੇ ਵੱਖਰੀ ਇੱਕ ਚਰਚਾ ਬਣਦੀ ਹੈ, ਲੇਕਿਨ ਹਾਂ ਵੇਖਣਾ ਰਹੇਗਾ ਕਿ ਕਿਵੇਂ ਭਾਰਤ ਉਭਰੇਗਾ ਇਹਨਾਂ ਵਿੱਤੀ ਹਾਲਾਤਾਂ ਦੇ ਵਿੱਚੋਂ, ਇਸ ਵਿੱਤੀ ਸੰਕਟ ਦੇ ਵਿੱਚੋਂ। ਆ ਫੇਸਬੁੱਕ, ਟਵਿੱਟਰ ਤੇ ਐਮਾਜ਼ਨ ਨੂੰ ਲੈ ਕੇ ਸੱਦਾ ਦਿੱਤਾ ਗਿਆ, ਇਹਨਾਂ ਨੂੰ ਕੋਈ ਨੋਟਿਸ ਜਾਰੀ ਕੀਤਾ ਗਿਆ ਪਾਰਲੀਮੈਂਟਰੀ ਕਮੇਟੀ ਦੇ ਵੱਲੋਂ। ਸੱਦਿਆ ਗਿਆ ਹੈ ਕਿਸ ਬਾਬਤ? ਬਿਲਕੁਲ ਜੁਆਇੰਟ ਪਾਰਲੀਮੈਂਟਰੀ ਕਮੇਟੀ ਉਸਨੇ ਜਿਹੜਾ ਹੈਗਾ ਐਮਾਜ਼ਨ, ਟਵਿੱਟਰ ਤੇ ਫੇਸਬੁੱਕ ਨੂੰ ਸੱਦਿਆ ਸੀ ਔਰ ਫੇਸਬੁੱਕ ਤੇ ਜਿਹੜੇ ਭਾਰਤ ਦੇ ਆਪਾਂ ਕਹਿ ਲਈਏ ਕਿ ਕਰਤਾ ਧਰਤਾ ਕਹਿ ਲਈਏ ਜਾਂ ਉਹਨਾਂ ਦੇ ਜਿਹੜੇ ਐਗਜ਼ੈਕਟਿਵ ਹੈਗੇ ਅੰਖੀ ਦਾਸ ਉਹ ਉੱਥੇ ਗਏ ਵੀ ਸਨ ਔਰ ਉਹਨਾਂ ਦੀ ਤਕਰੀਬਨ ਜਿਹੜੀ ਹੈਗੀ ਆ 2 ਘੰਟੇ ਦੀ ਜਿਹੜੀ ਵਿਚਾਰ ਚਰਚਾ ਹੈ ਉਹ ਹੋਈ ਵੀ ਹੈਗੀ ਆ। ਇਹ ਮਾਮਲਾ ਹੈਗਾ ਤਕਰੀਬਨ ਆਪਾਂ ਕਹਿ ਲਈਏ ਨਾ ਕੁਝ ਮਹੀਨੇ ਪਹਿਲਾਂ ਜਿਹੜਾ ਹੈਗਾ ਫੇਸਬੁੱਕ ਤੇ ਖਾਸ ਕਰਕੇ ਐਲੀਗੇਸ਼ਨ ਲੱਗਾ ਸੀ ਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਹੈਗੀਆਂ ਨੇ ਉਹਨਾਂ ਦੀਆਂ ਜਿਹੜੀਆਂ ਖਾਸ ਕਰਕੇ ਉਹ ਕਹਿੰਦੇ ਕਿ ਸਰਕਾਰੀ ਪੱਖ ਵਾਲੀਆਂ ਜਿਹੜੀਆਂ ਸਪੀਚਸ ਵਗੈਰਾ ਨੇ, ਖਾਸ ਕਰਕੇ ਹੇਟ ਸਪੀਚ ਆਪਾਂ ਉਹਨੂੰ ਕਹਿ ਦਿੰਦੇ ਹਾਂ ਜਦੋਂ ਕਿਸੇ ਦੂਸਰੇ ਧਰਮ ਦੇ ਖਿਲਾਫ ਬੋਲਿਆ ਜਾਂਦਾ ਹੈ ਜਾਂ ਜਦੋਂ ਕਿਸੇ ਦੂਸਰੀ ਪਾਰਟੀ ਦੇ ਖਿਲਾਫ ਬੋਲਿਆ ਜਾਂਦਾ ਹੈ। ਉਹ ਕਹਿੰਦੇ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਹਨਾਂ ਦਾ ਤਾਂ ਇਹ ਜਿਹੜਾ ਹੈਗਾ ਡਿਲੀਟ ਕਰ ਦਿੰਦੇ ਆ, ਪਰ ਜਿਹੜੀ ਮੌਜੂਦਾ ਸਰਕਾਰ ਹੈਗੀ ਹੈ ਉਸ ਦਾ ਜਿਹੜਾ ਇਸ ਤਰੀਕੇ ਦਾ ਪ੍ਰਚਾਰ ਵੱਧ ਕੀਤਾ ਜਾਂਦਾ ਹੈ ਔਰ ਇਸ ਚੀਜ਼ ਦਾ ਜਿਹੜਾ ਹੈਗਾ ਖੁਲਾਸਾ ਅਮਰੀਕਾ 'ਚ ਛਪਦੇ ਅਖਬਾਰ ਵੱਲੋਂ ਕੀਤਾ ਗਿਆ ਸੀ। ਔਰ ਉਸ ਤੋਂ ਬਾਅਦ ਵੀ ਜਿਹੜਾ ਹੈਗਾ ਈਵਨ ਕਿ ਫੇਸਬੁੱਕ ਨੂੰ ਵੀ ਆਪਣੀ ਜਿਹੜੀ ਸਟੇਟਮੈਂਟ ਹੈ ਇਸ ਮੁੱਦੇ ਤੇ ਜਾਰੀ ਕਰਨੀ ਪਈ ਸੀ ਔਰ ਇਹ ਇਸ਼ੂ ਇੱਥੋਂ ਤੱਕ ਪਹੁੰਚ ਗਿਆ ਔਰ ਇਸ ਦੇ ਵਿੱਚ ਹੁਣ ਇਹਨਾਂ ਦੀ ਗੱਲਬਾਤ ਹੋਈ ਹੈ। ਹੁਣ ਦੇਖੋ ਕਿ ਫੇਸਬੁੱਕ ਕਿੱਧਰ ਵੱਲ ਨੂੰ ਜਾਂਦਾ ਹੈਗਾ। ਹੁਣ ਜਿਹੜੀ ਦੇਖਣ ਵਾਲੀ ਗੱਲ ਹੈਗੀ ਹੈ ਕਿ ਖਾਸ ਕਰਕੇ ਜਿਹੜਾ ਫੇਸਬੁੱਕ ਨੂੰ ਇਹ ਚਾਹੀਦਾ ਕਿ ਉੱਥੇ ਕੋਈ ਨਿਊਟਰਲ ਬੰਦਾ ਲਗਾਇਆ ਜਾਵੇ। ਹੁਣ ਜੇ ਤੁਸੀਂ ਸਰਕਾਰੀ ਪੱਖ ਵਾਲੇ ਲੋਕ ਹੀ ਜਾਂ ਜਿਨ੍ਹਾਂ ਦੀ ਸਰਕਾਰੇ ਦਰਬਾਰੇ ਚੱਲਦੀ ਹੈ, ਜੇ ਤੁਸੀਂ ਉਹਨਾਂ ਨੂੰ ਹੀ ਜਿਹੜਾ ਹੈਗਾ ਆਪਣੇ ਐਗਜ਼ੈਕਟਿਵ ਬਣਾਓਗੇ ਤੇ ਕਿਤੇ ਨਾ ਕਿਤੇ ਜਦੋਂ ਉਹਨਾਂ ਵੱਲੋਂ ਗੱਲ ਕੀਤੀ ਜਾਏਗੀ ਜਾਂ ਜਦੋਂ ਉਹਨਾਂ ਵੱਲੋਂ ਐਕਸ਼ਨ ਲਏ ਜਾਣਗੇ ਉਹ ਦੁਬਾਰਾ ਇੱਥੇ ਆਪਾਂ ਇਸ ਗੱਲ ਨੂੰ ਜਿਹੜਾ ਹੈਗਾ ਪ੍ਰਸ਼ਾਂਤ ਭੂਸ਼ਣ ਵਾਲੀ ਗੱਲ ਦੇ ਨਾਲ ਜੋੜ ਕੇ ਦੇਖ ਸਕਦੇ ਹਾਂ ਕਿ ਉਹਨਾਂ ਨੂੰ ਮੈਨੂਪੂਲੇਟ ਕੀਤਾ ਜਾ ਸਕਦਾ ਹੈ ਔਰ ਉਹਨਾਂ ਤੇ ਮੈਨੂਪੂਲੇਟ ਹੋਣ ਦੇ ਚਾਂਸਸ ਵੱਧ ਜਾਂਦੇ ਨੇ ਕਿਉਂਕਿ ਉਹਨਾਂ ਦੇ ਜੇ ਆਪਾਂ ਕਹੇ ਨਾ ਹਿੱਤ ਕਿਤੇ ਨਾ ਕਿਤੇ ਜੁੜੇ ਹੁੰਦੇ ਨੇ ਤੇ ਜੇ ਫੇਸਬੁੱਕ ਇਸ ਤਰ੍ਹਾਂ ਦਾ ਕੰਮ ਕਰੇਗੀ ਤੇ ਇੰਟਰਨੈਸ਼ਨਲ ਲੈਵਲ ਤੇ ਫੇਸਬੁੱਕ ਦਾ ਨਾਮ ਵੀ ਖਰਾਬ ਹੋਣ ਦੇ ਜਿਹੜੇ ਚਾਂਸਸ ਬਹੁਤ ਵੱਧ ਜਾਂਦੇ ਨੇ। ਜੀ
ਹੁਣ ਜੇਕਰ ਕੇਂਦਰੀ ਤਾਕਤਾਂ ਦੇ ਵੱਲੋਂ ਸੋਸ਼ਲ ਮੀਡੀਆ ਨੂੰ ਵੀ ਆਪਣੇ ਗਬਲੇ ਦੇ ਵਿੱਚ ਲੈਣ ਦੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਤਾਂ ਕਹਿ ਲਈਏ ਕਿ ਡੈਮੋਕ੍ਰੇਸੀ ਦੀ ਆਵਾਜ਼ ਦੇ ਵਿੱਚ, ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦੇ ਕੋਲ ਆਪਣਾ ਇੱਕ ਜ਼ਰੀਆ, ਆਪਣੀ ਗੱਲ ਸਾਹਮਣੇ ਰੱਖਣ ਦਾ, ਉਹਦੇ ਉੱਤੇ ਵੀ ਪਾਬੰਦੀਆਂ, ਉਹਦੇ ਉੱਤੇ ਵੀ ਨਜ਼ਰਾਂ ਜੇਕਰ ਰੱਖੀਆਂ ਜਾਣ ਤੇ ਆਪਣੀ ਚਮਕ ਨੂੰ ਕਿਸੇ ਵੀ ਤਰੀਕੇ ਨਾਲ ਘੱਟ ਨਾ ਕੀਤਾ ਜਾਵੇ, ਇਸ ਨੂੰ ਗਲਤ ਨਹੀਂ ਤਾਂ ਹੋਰ ਕੀ ਕਿਹਾ ਜਾਏਗਾ? ਬਿਲਕੁਲ, ਜੇ ਆਪਾਂ ਕਹਿ ਲਈਏ ਨਾ ਕਿ ਜਿਹੜਾ ਸਿਸਟਮ ਹੁਣ ਬਣ ਰਿਹਾ ਨਾ ਕਿ ਮੀਡੀਆ ਨੂੰ ਆਪਣੇ ਕੰਟਰੋਲ 'ਚ ਲੈ ਲਓ, ਜੁਡੀਸ਼ਰੀ ਨੂੰ ਆਪਣੇ ਕੰਟਰੋਲ 'ਚ ਲੈ ਲਓ, CBI ਨੂੰ ਆਪਣੇ ਕੰਟਰੋਲ 'ਚ ਲੈ ਲਓ, ਕਿਉਂਕਿ ਇਹ ਸਾਰੀਆਂ ਗੱਲਾਂ ਸਾਨੂੰ ਫੈਕਟਸ ਦੇ ਆਧਾਰਿਤ ਹੀ ਪਤਾ ਲੱਗਦੀਆਂ ਨੇ। ਜਦੋਂ ਅਸੀਂ ਨਿਊਜ਼ ਰਿਪੋਰਟਸ ਦੇਖਦੇ ਹਾਂ ਨਾ ਪਿਛਲੇ ਕੁਝ ਸਾਲਾਂ ਦੀਆਂ, ਤੇ ਉਹਨਾਂ ਤੋਂ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਏਜੰਸੀਜ਼ ਨੂੰ ਜਿਹੜਾ ਹੈਗਾ ਆਪਣੇ ਹੱਕ ਦੇ ਵਿੱਚ ਵਰਤਿਆ ਜਾਂਦਾ ਹੈ। ਹੁਣੇ ਆਪਾਂ ਦੇਖਿਆ ਕਿ ਕਾਫੀ ਸਾਰੇ ਜਿਹੜੇ ਹੈਗੇ ਰੇਪ ਦੇ ਕੇਸਿਸ ਸਾਹਮਣੇ ਆਏ ਆ। ਹੁਣੇ ਜਿਹੜਾ ਹਾਥਰਸ ਵਾਲਾ ਕੇਸ ਆਇਆ ਹੈਗਾ ਸਾਹਮਣੇ, ਆਪਾਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਦੇ ਕੋਲ ਕਿਸੇ ਨੂੰ, ਮੀਡੀਆ ਨੂੰ ਹੀ ਜਾਣ ਦੀ ਇਜਾਜ਼ਤ ਨਹੀਂ ਹੈਗੀ। ਜੇ ਉਧਰੋਂ ਸਾਊਥ ਵਾਲੇ ਬੰਨਿਓ ਕੁਝ ਪੱਤਰਕਾਰ ਆਏ ਨੇ ਤੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ। ਫਿਰ ਉਸ ਤੋਂ ਬਾਅਦ ਜਿਹੜੀ ਹੈਗੀ ਆ ਡਾਕਟਰੀ ਰਿਪੋਰਟ ਦੇ ਵਿੱਚ ਮਿਲਾਵਟ ਦੀ ਗੱਲ ਜਿਹੜੀ ਹੈ ਉਹ ਵੀ ਕੀਤੀ ਗਈ ਹੈ। ਇਹ ਸਾਰੀਆਂ ਘਟਨਾਵਾਂ ਆਪਣੇ ਆਪ ਦੇ ਵਿੱਚ ਨਾ ਕਿਤੇ ਡਿਕਟੇਟਰਸ਼ਿਪ ਵੱਲੋਂ ਜਿਹੜੀ ਗੱਲ ਹੈ ਇਹ ਤੁਰਦੀ ਹੋਈ ਨਜ਼ਰ ਆ ਰਹੀ ਹੈ। ਜੋ ਮੌਜੂਦਾ ਰਿਪੋਰਟ ਸਾਡੇ ਸਾਹਮਣੇ ਆ ਰਹੀਆਂ ਨੇ ਤੇ ਉੱਥੇ ਜਿਹੜੀ ਜ਼ਿੰਮੇਵਾਰੀ ਹੈ, ਖਾਸ ਕਰਕੇ ਜਿਹੜਾ ਇੰਟੈਲੈਕਚੁਅਲ ਤਬਕਾ ਹੈਗਾ ਭਾਰਤ ਦਾ, ਉਹਨੂੰ ਇੱਥੇ ਸੋਚਣਾ ਪਵੇਗਾ, ਵਿਚਾਰਨਾ ਪਵੇਗਾ ਕਿ ਦੇਸ਼ ਨੂੰ ਤੁਸੀਂ ਲੈ ਕੇ ਕਿੱਧਰ ਨੂੰ ਜਾਣਾ ਹੈਗਾ। ਕੀ ਤੁਸੀਂ ਇਸ ਨੂੰ ਇੱਕ ਡਿਕਟੇਟਰਸ਼ਿਪ ਵਾਲੇ ਬੰਨੇ ਲੈ ਕੇ ਜਾਣਾ, ਜਾਂ ਤੁਸੀਂ ਇਸ ਨੂੰ ਅਸਲ ਡੈਮੋਕ੍ਰੇਸੀ ਰੱਖਣਾ ਹੈ? ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੱਧਰ ਵੱਲ ਨੂੰ ਜਿਹੜੀ ਗੱਲ ਹੈ ਉਹ ਲੈ ਕੇ ਜਾਣੀ ਹੈ। ਬਿਲਕੁਲ ਜਗਜੀਤ ਸਿੰਘ ਜੀ, ਧੰਨਵਾਦ ਕਰਦੇ ਹਾਂ ਤੁਹਾਡਾ, ਤੁਸੀਂ ਆਪਣਾ ਸਮਾਂ ਦਿੱਤਾ ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ। ਬੀਤੇ ਹਫਤੇ ਦੀਆਂ ਜੋ ਇਸ ਹਫਤੇ ਦੀਆਂ ਖਬਰਾਂ ਸੀਗੀਆਂ ਉਸ ਦੇ ਉੱਤੇ ਅਸੀਂ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ। ਦਰਸ਼ਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਮੀਡੀਆ ਵਾਚ ਦੇ ਜ਼ਰੀਏ ਤੁਸੀਂ ਇਹਨਾਂ ਖਬਰਾਂ ਨੂੰ ਹੋਰ ਡੂੰਘਾਈ ਦੇ ਨਾਲ ਵੇਖ ਸਕੇ ਹੋ, ਜਾਣ ਸਕੇ ਹੋ। ਤੁਸੀਂ ਆਪਣਾ ਫੀਡਬੈਕ ਜ਼ਰੂਰ ਦਿਓ ਜੀ info@akalchannel.tv ਦੇ ਉੱਤੇ। ਮੈਨੂੰ ਅਮਨਪ੍ਰੀਤ ਸਿੰਘ ਨੂੰ ਤੇ ਜਗਜੀਤ ਸਿੰਘ ਜੋ ਤੋਂ ਵੀ ਇਜਾਜ਼ਤ ਚਾਹੁੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।